सतनाम श्री वाहिगुरु जियो। तीने ताप निवारण हारा तीने ताप निवारण हारा दुख हंता सुख रास ताको विघ्न ना को लगे जाकी प्रभ आगे अरदास आनंद गुणी निधान गुरु गरीब निवाजियो बोलना जी सतनाम श्री वाहे गुरु जी। पुत हाथी जंग नो तोरे पुत हाथी जंग नो तोरे पिता गोविंद सिंह जी पहला बाबा संता दिया संता जरनैला दिया जरनैला बाबा संता दिया संता जरनैला दिया जरनैला। हथ तुझा धर्म दी फड़ के जग उठिया महान व्यक्ति एक था ते कठिया करिया दोवें भगती ते शक्ति पिता शीस देण लई तोरे पिता शीस देण लई तोरे कोई लाल नी ऐसा शैला बाबा संता दिया संता जरनैला दिया जरनैला।
करतार की सुगंध है, नानक की कसम है, जितनी भी हो गोविंद की तारीफ वो कम है। सन्मानयोग गुरु रूप साध संगत जीओ, शाही शहनशाह वलगी कुल आलम, जुगो जुग अटल सतगुरु साहिब श्री गुरु ग्रंथ ਸਾਹਿਬ ਪਾਤਸ਼ਾਹ जी ਦੀ ਪਾਵਨ ਗੋਦ ਵਿੱਚ ਸੱਜ ਬੈਠੇ ਹੋ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਗੁਰਮੁਖ ਪਿਆਰਿਓ, ਢਾਡੀ ਜੱਥਾ ਆਪ ਜੀ ਦੇ ਚਰਨ ਪਰਸਣ ਵਾਸਤੇ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਦਾਸਰਿਆਂ ਦੀ ਹਾਜ਼ਰੀ ਲੱਗ ਜਾਵੇ, ਗੁਰਫਤਿਹ ਦੀ ਸਾਂਝ ਪਾਈਏ। ਸਮੁੱਚੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਗੁਰਮਤਿ ਦੇ ਖਜ਼ਾਨੇ ਦੇ ਵਿੱਚੋਂ, ਵਡਮੁੱਲੇ ਇਤਿਹਾਸ ਦੇ ਵਿੱਚੋਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਆਪ ਜੀ ਦੇ ਨਾਲ ਸਾਂਝ ਪਾ ਕੇ ਗਏ ਨੇ। ਉਸ ਦਿਹਾੜੇ ਨੂੰ ਵਿਸਥਾਰ ਦੇ ਨਾਲ ਆ ਕੇ ਗਏ ਨੇ, ਜਿਹੜਾ ਦਿਨ ਅਸੀਂ ਪਿਛਲੇ ਦਿਨੀ ਮਨਾਇਆ ਹੈ, ਮਾਘੀ ਦਾ ਦਿਨ। ਸਿੱਖ ਕੌਮ ਦੀ ਇਹ ਖੁਸ਼ਕਿਸਮਤੀ ਹੈ ਕਿ ਸਿੱਖ ਕੌਮ ਦੇ ਕੋਲ ਆਪਣੇ ਵੱਡ ਵਡੇਰਿਆਂ ਦਾ ਇਤਿਹਾਸ ਹੈ। ਜਿਨ੍ਹਾਂ ਕੌਮਾਂ ਦੇ ਕੋਲ ਆਪਣੇ ਵਡੇਰਿਆਂ ਦਾ ਇਤਿਹਾਸ ਨਹੀਂ, ਉਹਨਾਂ ਕੌਮਾਂ ਦਾ ਜੀਵਨ ਬਹੁਤਾ ਨਹੀਂ ਹੁੰਦਾ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਵਾਂਝੀਆਂ ਨੇ, ਆਪਣੇ ਵਡੇਰਿਆਂ ਦੇ ਇਤਿਹਾਸ ਦੀ ਜਾਣਕਾਰੀ ਨਹੀਂ ਰੱਖਦੀਆਂ, ਉਹਨਾਂ ਦਾ ਨਿਸ਼ਾਨ ਦੁਨੀਆ ਦੇ ਤਖਤੇ ਤੋਂ ਬੜੀ ਜਲਦੀ ਮਿਟ ਜਾਇਆ ਕਰਦਾ ਹੈ। ਅਮੀਰ ਇਤਿਹਾਸ, ਵਡਮੁੱਲਾ ਇਤਿਹਾਸ ਸਾਡੇ ਵੱਡ ਵਡੇਰਿਆਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੈ। ਮੈਂ ਆਪ ਜੀ ਦਾ ਧਿਆਨ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਲੈ ਕੇ ਜਾਵਾਂ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਚਾਵਾਂ ਬੜੇ ਮਨਾਰਾਂ ਦੇ ਨਾਲ ਸ਼ਿੰਗਾਰਿਆ। ਇਸ ਪਾਵਨ ਧਰਤੀ ਦੀ ਰੱਖਿਆ ਦੇ ਲਈ ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਕਿਲੇ ਬਣਾਏ। ਜ਼ਿੰਦਗੀ ਦਾ ਲੰਮੇਰਾ ਸਮਾਂ ਇਸ ਪਾਵਨ ਧਰਤੀ ਤੇ ਮੇਰੇ ਹਜ਼ੂਰ ਪਾਤਸ਼ਾਹ ਜੀ ਬਤੀਤ ਕਰਦੇ ਨੇ। ਇਹ ਪਾਵਨ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੀ ਚੜ੍ਹਤ ਨੂੰ ਵੇਖ ਕੇ ਆਸ ਪਾਸ ਦੇ ਜਿਹੜੇ ਸਿੱਖੀ ਦੇ ਵਿਰੋਧੀ ਨੇ ਉਹ ਘਬਰਾਏ। ਉਹਨਾਂ ਐਲਾਨ ਕੀਤਾ ਕਿ ਕਿਸੇ ਨੂੰ ਵੀ ਵਾਹਿਗੁਰੂ ਦਾ ਨਾਮ ਲੈਣ ਦੀ ਆਗਿਆ ਨਹੀਂ, ਕਿਸੇ ਨੂੰ ਵੀ ਢੋਲਕੀਆਂ ਛੈਣੇ ਖੜਕਾਉਣ ਦੀ ਆਗਿਆ ਨਹੀਂ। ਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਐਲਾਨ ਕੀਤਾ, ਐ ਸਿੱਖੀ ਦੇ ਵਿਰੋਧੀਓ, ਤੁਸੀਂ ਆਖਦੇ ਹੋ ਕੋਈ ਸਾਡੀ ਮਰਜ਼ੀ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਨਹੀਂ ਲੈ ਸਕਦਾ, ਕੋਈ ਨਗਾਰੇ ਢੋਲਕੀਆਂ ਨਹੀਂ ਖੜਕਾ ਸਕਦਾ, ਕੋਈ ਉੱਚੀ ਆਵਾਜ਼ ਦੇ ਵਿੱਚ ਆਪਣੇ ਇਤਿਹਾਸ ਨੂੰ ਨਹੀਂ ਕਹਿ ਸਕਦਾ। ਯਾਦ ਰੱਖਣਾ, ਇਹ ਸਭ ਕੁਝ ਵੀ ਹੋਵੇਗਾ ਤੇ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਹਰ ਰੋਜ਼ ਨਗਾਰਾ ਵੀ ਖੜਕੇਗਾ। ਪਰ ਇਹ ਨਗਾਰਾ ਕਿਸੇ ਦੀ ਨੀਂਦ ਹਰਾਮ ਕਰਨ ਵਾਸਤੇ ਨਹੀਂ, ਇਹ ਅੰਨੀ ਬੋਲੀ ਜ਼ੁਲਮੀ ਸਰਕਾਰ ਦੇ ਕੰਨ ਖੋਲਣ ਦੇ ਲਈ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹਮੇਸ਼ਾ ਹੀ ਨਗਾਰੇ ਤੇ ਚੋਟ ਲਾਈ ਜਾਵੇਗੀ। ਇਹ ਗੱਲ ਵਿਰੋਧੀਆਂ ਨੂੰ ਬਹੁਤ ਚੁੱਭੀ। ਜਦੋਂ ਹਰ ਜੰਗ ਨੂੰ ਹਾਰਦੇ ਰਹੇ, ਜਦੋਂ ਹਰ ਜੰਗ ਦੇ ਵਿੱਚ ਹਾਰ ਇਹਨਾਂ ਦੇ ਹਿੱਸੇ ਆਈ, ਤੇ ਫਿਰ ਇਹਨਾਂ ਨੇ ਇੱਕ ਨਵੀਂ ਤਜਵੀਜ਼ ਸੋਚੀ, ਇੱਕ ਨਵੀਂ ਸਕੀਮ ਬਣਾਈ। ਅਨੰਦਪੁਰ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਜਾਵੇ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਘੇਰਾ ਪਿਆ। ਮੇਰੇ ਦਾਤਾ ਜੀ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਨੇ। ਇਹ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਯੁੱਧ ਦਾ ਮੈਦਾਨ ਬਣਿਆ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹਮਲੇ ਵੀ ਹੁੰਦੇ ਰਹੇ ਨੇ। ਤੇ ਇਸ ਵੇਲੇ ਜਦੋਂ ਘੇਰਾ ਪਿਆ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ, ਵੈਰੀ ਬਾਹਰੋਂ ਗੋਲੀ ਸਿੱਕੇ ਦਾ ਇਸਤੇਮਾਲ ਕਰਦਾ ਏ ਤੇ ਖਾਲਸਾ ਅੰਦਰੋਂ ਜਵਾਬ ਦਿੰਦਾ ਏ। ਜਦੋਂ ਘੇਰਾ ਪਿਆ ਹੋਵੇ, ਕੋਈ ਅੰਦਰ ਬੰਦ ਹੋਵੇ, ਤੇ ਜਿਹੜੀਆਂ ਮਨੁੱਖੀ ਜੀਵਨ ਦੀਆਂ ਜ਼ਰੂਰੀ ਲੋੜਾਂ ਨੇ ਉਹ ਕਿੰਨੀਆਂ ਕੁ ਚਿਰ ਅੰਦਰੋਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਲੋੜਾਂ ਪੂਰੀਆਂ ਕਰਨ ਦੇ ਲਈ ਬਾਹਰ ਜਾਣਾ ਪਵੇਗਾ। ਜਦੋਂ ਸੰਗ ਬਾਹਰ ਜਾਂਦੇ ਨੇ, ਦੋ ਵਾਪਸ ਆਉਂਦੇ ਨੇ ਤੇ ਦੋ ਵੈਰੀ ਦੇ ਨਾਲ ਲੜ ਕੇ ਸ਼ਹੀਦ ਹੋ ਜਾਂਦੇ ਨੇ। ਇਹੋ ਜਿਹੇ ਦ੍ਰਿਸ਼ ਦੀ ਤਸਵੀਰ ਇੱਕ
ਆਪਣੀ ਕਲਮ ਦੇ ਨਾਲ ਖਿੱਚੀ ਆ ਕਵਿਤਾ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਜੀ ਦੇ ਉਸ ਵੇਲੇ ਦੇ ਹਾਲਾਤ ਨੂੰ ਢਾਡੀ ਜਥਾ ਆਪ ਜੀ ਦੇ ਸਨਮੁਖ ਇਉਂ ਕਹਿੰਦਾ। ਜਦੋਂ ਆਨੰਦਪੁਰ ਸਾਹਿਬ ਕਿਲੇ ਵਿੱਚ, ਜਦੋਂ ਆਨੰਦਪੁਰ ਸਾਹਿਬ ਕਿਲੇ ਵਿੱਚ ਜੰਮ ਕੇ ਹੋਈ ਲੜਾਈ, ਲੱਖਾਂ ਵੈਰੀ ਚੜ ਕੇ ਆ ਗਏ ਐਸੀ ਪਰਲੋਂ ਆਈ, ਲੱਖਾਂ ਵੈਰੀ ਚੜ ਕੇ ਆ ਗਏ ਐਸੀ ਪਰਲੋਂ ਆਈ। बाई तार पहाड़ी राजे, बाई तार पहाड़ी राजे, नाल मुगल जरवाने, केड़े दे विच आया खालसा भारते रब दे पाने, केड़े दे विच आया खालसा भारते रब दे पाने। अठ महीने हो गए लड़दिया, अठ महीने हो गए लड़दिया, बारों मदद ना आई, राशन दे भंडार मुक गए भुख दी फिरी दुहाई, राशन दे भंडार मुक गए भुख दी फिरी दुहाई। शेरा वाली गए सिंह सूर में, शेरा वाली गए सिंह सूर में, सुख के पिंजर होए, किला छड्डण नू पै गए काले, भुख कीते अदमोए, किला छड्डण नू पै गए काले, भुख कीते अदमोए।
ਸਿੰਘਾਂ ਦੇ ਦੋ ਤੜੇ ਬਣ ਗਏ, ਸਿੰਘਾਂ ਦੇ ਦੋ ਤੜੇ ਬਣ ਗਏ, ਫੁੱਟ ਪੰਥ ਵਿੱਚ ਪੈ ਗਈ, ਫੁੱਟ ਨੇ ਜਿੱਥੇ ਲਾਇਆ ਡੇਰਾ, ਰਾਜ ਭਾਗ ਸਭ ਲੈ ਗਈ, ਫੁੱਟ ਨੇ ਜਿੱਥੇ ਪਾਇਆ ਡੇਰਾ, ਰਾਜ ਭਾਗ ਸਭ ਲੈ ਗਈ। ਇੱਕ ਪਾਸੇ ਕਮਜ਼ੋਰ ਤੇ ਬੁਜ਼ਦਿਲ, ਇੱਕ ਪਾਸੇ ਕਮਜ਼ੋਰ ਤੇ ਬੁਜ਼ਦਿਲ, ਬਣ ਗਿਆ ਕਹਿਰ ਕਮੀਨੇ, ਦੂਜੇ ਪਾਸੇ ਸਿੱਧਕੀ ਸੂਰੇ, ਲੜਦੇ ਡਾਕੇ ਸੀਨੇ, ਦੂਜੇ ਪਾਸੇ ਸਿੱਧਕੀ ਸੂਰੇ, ਲੜਦੇ ਡਾਕੇ ਸੀਨੇ। ਇੱਕ ਤਾਂ ਸੋਚਣ ਭੁੱਖੇ ਰਹਿ ਕੇ, ਇੱਕ ਤਾਂ ਸੋਚਣ ਭੁੱਖੇ ਰਹਿ ਕੇ, ਜ਼ਿੰਦਗੀ ਨਹੀਂ ਗਵਾਉਣੀ, ਦੂਜੇ ਪਾਖਣ ਕਲਗੀਧਰ ਤੋਂ ਜਿੰਦੜੀ ਕੋਲ ਕਮਾਉਣੀ, ਦੂਜੇ ਆਖਣ ਕਲਗੀਧਰ ਤੋਂ ਜਿੰਦੜੀ ਕੋਲ ਕਮਾਉਣੀ। ਆਖਰ ਖੁਦ ਘਰ ਜਾਂਦਾ ਟੋਲਾ, ਆਖਰ ਖੁਦ ਘਰ ਜਾਂਦਾ ਟੋਲਾ, ਗੁਰਾ ਸਾਹਮਣੇ ਆਇਆ, ਦੇਖ ਦਿਲਵਰਾ ਖੇਲ ਪ੍ਰਭੂ ਦਾ, ਐਸੀ ਵਰਤੀ ਮਾਇਆ, ਦੇਖ ਦਿਲਵਰਾ ਖੇਲ ਪ੍ਰਭੂ ਦਾ, कैसी वरती माया, देख दिलवरा खेल प्रभु दा, कैसी वरती माया। ਸਿਆਣਿਆਂ ਦੀ ਕਹਾਵਤ ਹੈ, ਤਲਵਾਰਾਂ ਦੇ ਸਾਹਮਣੇ, ਤੀਰਾਂ ਦੀਆਂ ਨੋਕਾਂ ਦੇ ਸਾਹਮਣੇ, ਔਖੇ ਸਮੇਂ ਦੇ ਵਿੱਚ ਵਿਰਲੇ ਸਾਥ ਨਿਭਾਇਆ ਕਰਦੇ ਨੇ, ਜਿਹੜੇ ਬੁੱਝਦਿਲ ਹੋਇਆ ਕਰਦੇ ਨੇ, ਜਿਹੜੇ ਕਾਇਰ ਹੋਇਆ ਕਰਦੇ ਨੇ, ਉਹ ਮੈਦਾਨ ਨੂੰ ਬੜੀ ਜਲਦੀ ਛੱਡ ਜਾਇਆ ਕਰਦੇ ਨੇ।
ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਅਜਿਹਾ ਵਕਤ ਆ ਗਿਆ, ਘੇਰਾ ਲਮੇਰਾ ਹੋ ਗਿਆ। ਵੈਰੀ ਵਾਰ ਬੈਠਾ ਏ, ਖਾਲਸਾ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਬੈਠਾ ਏ, ਗੁਰੂ ਸਾਹਿਬ ਵੀ ਕਿਲੇ ਦੇ ਵਿੱਚ ਨੇ। ਭੁੱਖ ਤੇ ਦੁੱਖ ਨੇ ਸਤਾ ਮਾਰਿਆ। ਸੋਹਣੇ ਸ਼ੈਲ ਸ਼ਵੀਲੇ ਗੱਭਰੂ ਕਈਆਂ ਨੂੰ ਮਾਰ ਮਕਾ ਕੇ ਆਪ ਸ਼ਹੀਦੀ ਪਾਉਣ ਵਾਲੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਵੀਰ ਬਹਾਦਰ ਭੁੱਖ ਨੇ ਸਤਾ ਦਿੱਤੇ। ਪਰ ਜਦੋਂ ਗੁਰੂ ਦਾ ਓਟ ਆਸਰਾ ਤੱਕੀਏ, ਇਹ ਭੁੱਖ ਤੇ ਦੁੱਖ ਦਾ ਸਮਾਂ ਨਿਕਲ ਜਾਂਦਾ ਕਰਦਾ ਏ। ਪਰ ਕੁਝ ਬੁੱਝ ਦਿਲੀ ਦੇ ਅੜਕੇ ਆ ਗਏ, ਕਾਇਰਤਾ ਦੇ ਅੜਕੇ ਆ ਗਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਕੀ ਕਹਿੰਦੇ ਨੇ, ਸੱਚੇ ਪਾਤਸ਼ਾਹ ਸਿੱਖੀ ਬੜੀ ਔਖੀ ਆ, ਇਹ ਨਿਭਦੀ ਨਹੀਂ। ਦਾਤਾ ਜੀਓ, ਭੁੱਖ ਤੇ ਦੁੱਖ ਨੇ ਸਤਾ ਮਾਰਿਆ ਏ, ਅਨੰਦਪੁਰ ਸਾਹਿਬ ਜੀ ਨੂੰ ਛੱਡ ਦੇਣਾ ਚਾਹੀਦਾ ਹੈ। ਮੇਰੇ ਕਲਗੀਧਰ ਪਾਤਸ਼ਾਹ ਜੀ ਨੂੰ ਸਮਝਾਉਣ ਲੱਗ ਪਏ। ਯਾਦ ਰੱਖਣਾ, ਜਦੋਂ ਅਸੀਂ ਉਸ ਪਰਮਾਤਮਾ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਜਦੋਂ ਅਸੀਂ ਪਰਮਾਤਮਾ ਨੂੰ ਕਿਸੇ ਮੰਨਣ ਵਾਲੇ ਨੂੰ ਸਮਝਾਉਣ ਦਾ ਯਤਨ ਕਰਦੇ ਹਾਂ, ਤੇ ਸਮਝ ਲੈਣਾ ਸਾਡੀ ਹਾਰ ਯਕੀਨੀ ਹੈ। ਅਸੀਂ ਆਪਣੇ ਅਸਲੀ ਮਕਸਦ ਨੂੰ ਭੁੱਲ ਗਏ, ਅਸੀਂ ਮੂਲ ਦੇ ਨਾਲੋਂ ਟੁੱਟਣ ਲੱਗੇ, ਅਸੀਂ ਆਪਣੇ ਅਸਲੀ ਫਰਜ਼ ਤੋਂ ਦੂਰ ਹੋਣ ਲੱਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਮੇਰੇ ਬਹਾਦਰੋਂ ਸਮਾਂ ਆਗਿਆ ਨਹੀਂ ਦਿੰਦਾ, ਵੈਰੀ ਸਾਡੇ ਨਾਲੋਂ ਵੱਧ ਔਖਾ ਹੈ। ਆਪਣੇ ਆਪ ਕੁਝ ਦਿਨਾਂ ਬਾਅਦ ਫੈਸਲਾ ਕਰਨ ਦੇ ਲਈ ਤਿਆਰ ਹੋ ਜਾਵੇਗਾ। ਪਰ ਕਾਹਲੀ ਕੀਤੀ ਗਈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਆਖਿਆ ਗਿਆ, ਸ਼ਹਿਨशाह ਜੀਓ, ਅਸੀਂ ਹੋਰ ਸਮਾਂ ਰੁਕ ਨਹੀਂ ਸਕਦੇ। ਮੇਰੇ ਹਜ਼ੂਰ ਕਹਿੰਦੇ ਨੇ, ਇਹ ਗੁਰੂ ਨਾਨਕ ਦਾ ਦਰ ਹੈ, ਇੱਥੇ ਆਪਣੀ ਮਰਜ਼ੀ ਦੇ ਨਾਲ ਕੋਈ ਆ ਸਕਦਾ ਤੇ ਆਪਣੀ ਮਰਜ਼ੀ ਦੇ ਨਾਲ ਜਾ ਸਕਦਾ ਹੈ। ਇਹ ਜਾਣ ਵਾਲਿਓ, ਜੇਕਰ ਜਾਣਾ ਚਾਹੁੰਦੇ ਹੋ ਤੇ ਜਾ ਸਕਦੇ ਹੋ, ਪਰ ਇੱਕ ਗੱਲ ਯਾਦ ਰੱਖਣਾ, ਅੱਜ ਗੁਰੂ ਦੀ ਗੋਦੀ ਨੂੰ ਤੁਸੀਂ ਖਾਲੀ ਕਰਕੇ ਚੱਲੇ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਯਾਦ ਆਵੇਗੀ, ਕੋਈ ਇਹੋ ਜਿਹੀ ਨਿਸ਼ਾਨੀ ਦੇ ਜਾਣਾ ਜਿਸ ਨੂੰ ਮੈਂ ਦੇਖ ਕੇ ਤੁਹਾਨੂੰ ਯਾਦ ਕਰ ਲਿਆ ਕਰਾਂ। ਦੂਸਰਾ ਬਚਨ ਮੇਰੇ ਹਜ਼ੂਰ ਕਹਿੰਦੇ ਨੇ, ਗੁਰੂ ਨਾਨਕ ਦੇ ਦਰ ਦੀ ਸਿੱਖੀ ਜਿਹੜੀ ਹੈ ਉਹ ਕੱਚੀ ਨਹੀਂ ਹੈ, ਪੱਕੀ ਹੈ। ਗੁਰੂ ਨਾਨਕ ਦੇ ਦਰ ਦੀ ਸਿੱਖੀ ਮਹਾਨ ਹੈ। ਤਲਾਂਜਲੀ ਦੇ ਕੇ ਚੱਲੇ ਹੋ ਗੁਰੂ ਨੂੰ, ਤੁਹਾਡੀ ਮਰਜ਼ੀ ਹੈ। ਪਰ ਇੱਕ ਗੱਲ ਯਾਦ ਰੱਖਣਾ, ਜੇਕਰ ਚੱਲੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਵੇ ਦੇ ਅਥਰੂ ਜ਼ਰੂਰ ਕਿਰਨੇ ਪੈਣਗੇ। ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਜਦੋਂ ਇਹ ਸ਼ਬਦ ਆਖੇ, ਕੁਝ ਨਿਸ਼ਾਨੀ ਦੇ ਜਾਓ, ਕੋਈ ਕੀਮਤੀ ਚੀਜ਼ ਨਹੀਂ ਮੰਗਦਾ, 2 ਅੱਖਰ ਲਿਖ ਕੇ ਦੇ ਜਾਓ। ਇਹੋ ਜਿਹਾ ਕਾਇਰ ਵੀ ਬੈਠਾ ਸੀ, ਬੁੱਝਦਿਲ ਵੀ ਬੈਠਾ ਸੀ, ਜਿਸ ਨੇ ਲਿਖ ਦਿੱਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਵੇਖੋ ਵੇਖੀ ਕੁਝ ਹੋਰ ਸਿੱਖਾਂ ਨੇ ਵੀ ਦਸਤਖਤ ਕਰ ਦਿੱਤੇ, ਚੱਲੇ ਨੇ ਗੁਰੂ ਦੇ ਕੋਲੋਂ। ਤੇ ਮੇਰੇ ਗੁਰਦੇਵ ਪਾਤਸ਼ਾਹ ਆਵਾਜ਼ ਦੇ ਕੇ ਇੱਕ ਗੱਲ ਕਹਿ ਰਹੇ ਨੇ। ਕੀ ਕਹਿ ਰਹੇ ਨੇ ਮੇਰੇ ਹਜ਼ੂਰ ਪਾਤਸ਼ਾਹ? ਉਸ ਦ੍ਰਿਸ਼ ਨੂੰ ਸਾਥੀ
ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਗੁਰੂ ਸਿੱਖ ਵਾਲਾ ਕੋਈ ਰਿਸ਼ਤਾ ਨਾ ਰਹਿ ਗਿਆ ਗੁਰੂ ਸਿੱਖ ਵਾਲਾ ਕੋਈ ਰਿਸ਼ਤਾ ਨਾ ਰਹਿ ਗਿਆ ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਲਿਖ ਕੇ ਵਿਦਾਵਾਂ ਨਾਲ ਪੰਥ ਦੇ ਗਦਾਰੀ ਕੀਤੀ ਸਿੱਖੀ ਵਿਸ਼ਵਾਸ ਵਾਲਾ ਮੂਰਖ ਹੀ ਲੈ ਗਿਆ ਲਿਖ ਕੇ ਵਿਦਾਵਾਂ ਨਾਲ ਪੰਥ ਦੇ ਗਦਾਰੀ ਕੀਤੀ ਸਿੱਖੀ ਵਿਸ਼ਵਾਸ ਵਾਲਾ ਮੂਰਖ ਹੀ ਲੈ ਗਿਆ ਸਿੱਖੀ ਵਿਸ਼ਵਾਸ ਵਾਲਾ ਮੂਰਖ ਹੀ ਲੈ ਗਿਆ ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਗੁਰੂ ਸਿੱਖ ਵਾਲਾ ਕੋਈ ਰਿਸ਼ਤਾ ਨਾ ਰਹਿ ਗਿਆ ਗੁਰੂ ਸਿੱਖ ਵਾਲਾ ਕੋਈ ਰਿਸ਼ਤਾ ਨਾ ਰਹਿ ਗਿਆ ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ कैसा छुरा मारे आए खालसे दी पिठ विच कौमी इतिहास उत्ते दाग काला पै गया कौमी इतिहास उत्ते दाग काला पै गया बाजां वाले कहण लगे गल सुण महा ਸਿੰਘਾ बाजां वाले कहण लगे गल सुण महा ਸਿੰਘਾ गुरु सिख वाला कोई रिश्ता ना रह गया ਬਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ कैसा शुर मारी आए खालसे दी पिठ विच कौमी इतिहास उत्ते दाग काला पै गया कौमी इतिहास उत्ते दाग काला पै गया बाजां वाले कहण लगे गल सुण महा ਸਿੰਘਾ बाजां वाले कहण लगे गल सुण महा ਸਿੰਘਾ गुरु सिख वाला कोई रिश्ता ना रह गया गुरु सिख वाला कोई रिश्ता ना रह गया बाजां वाले कहण लगे गल सुण महा ਸਿੰਘਾ दिलबरा किनारे कौम लग नहीं सकती जिहदे लीडरां दा बेड़ा मझदार बह गया जिहदे लीडरां दा बेड़ा मझदार बह गया बाजां वाले कहण लगे गल सुण महा ਸਿੰਘਾ बाजां वाले कहण लगे गल सुण महा
रिश्ता न रह गया गुरु सिख वाला कोई रिश्ता न रह गया बाजा वाले कहने लगे गल सोहनी महा सिंगा बाजा वाले कहने लगे गल सोहनी महा सिंगा बाजा वाले कहने लगे गल सुन महा सिंगा ਵਾਜਾਂ ਵਾਲੇ ਕਹਿਣ ਲੱਗੇ ਗੱਲ ਸੁਣ ਮਹਾ ਸਿੰਘਾ ਗੁਰੂ ਅਤੇ ਸਿੱਖ ਵਾਲਾ ਰਿਸ਼ਤਾ ਨਾ ਰਹਿ ਗਿਆ ਮੇਰੇ ਹਜ਼ੂਰ ਪਾਤਸ਼ਾਹ ਤੁਰੇ ਜਾਂਦਿਆਂ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਐ ਸਿੱਖੋ ਅੱਜ ਜਿਹੜੀਆਂ ਗੰਢਾਂ ਹੱਥ ਦੇ ਨਾਲ ਦੇ ਕੇ ਚੱਲਿਓ ਸਮਾਂ ਆਵੇਗਾ ਜਦੋਂ ਤੁਹਾਨੂੰ ਮੂੰਹ ਦੇ ਨਾਲ ਖੋਲਣੀਆਂ ਪੈਣਗੀਆਂ ਜਾ ਰਹੇ ਹੋ ਜਾ ਸਕਦੇ ਹੋ ਪਰ ਯਾਦ ਰੱਖਣਾ ਮੂਲ ਦੇ ਨਾਲੋਂ ਟੁੱਟਣ ਲੱਗੇ ਹੋ ਮੂਲ ਦੇ ਨਾਲ ਜੁੜੇ ਰਹਿਣਾ ਹੀ ਜ਼ਿੰਦਗੀ ਹੈ ਮੂਲ ਦੇ ਨਾਲੋਂ ਟੁੱਟ ਜਾਣਾ ਮੌਤ ਦੇ ਬਰਾਬਰ ਹੈ ਮਨੁੱਖੀ ਜੀਵਨ ਨੂੰ ਕਿਸ ਪਾਸੇ ਲਾਉਣਾ ਹੈ आओ जपजी साहब जी दी बाणी नूं समझिए सतगुरु साहिब श्री गुरु कलगीधर पातशाह जी कहंदे ने इस जीवन नूं नेकी दे रस्ते ते लाउणा बहुत जरूरी है सब झगड़े नवेड़ दईए गुरु दे हो जाइए ते गुरु दे कोलों कदे मुख ना मोड़िए पर ये दुनिया की फितरत है दुनिया का सुभाव है जिधर पलड़ा भारी है जिधर दुनिया के सुख नजर आते ने भावें वो सुख फिर मिलन ना क्योंकि जेड़े सुख ने लालच जेड़ा है वो दूरों बड़ा वड्डा दिसदा है जदों उसके नेड़े जाते हाँ तो वो लालच कख नहीं रह जाता जिंदगी दे सुखां लई गुरु नूं छड्ड के गए ने ते जदों छड्ड के गए ने फिर घरां दे विच निरादर होया मेरियां सत्कारयोग भैणां मेरे सामने बैठियां ने बहुत प्यार दे नाल जिवें भरा सुन रहे ने इतिहास नूं आप जी भी सुन रहे हो बहुत चंगी गल है जदों इतिहास नूं पढ़दे हां इतिहास दे पन्नियां ते तवारीख दे पन्नियां ते ये शब्द उकरे हुए ने समय समय ते हिंदुस्तान दी नारी ने सिख इतिहास दे विच गुरु इतिहास दे विच बड़ा वड्डा योगदान पाया मेरे गुरु नानक पातशाह जी दे इतिहास नूं पढ़िए बेबे नानकी जी भैण दे रूप दे विच माता तृप्ता जी मां दे रूप दे विच बड़ा सोहना फर्ज निभा रहे ने विस्तार दे विच नहीं जावांगी माता खीवी जी दे इतिहास नूं पढ़िए बाखूबी सिक्खी दे विच हिस्सा पाया बीबी भानी जी दे इतिहास नूं पढ़िए सिक्खी करदे विच रख लई माता गंगा जी दे इतिहास नूं पढ़िए किन्ना किन्ना सिख बीबियां दा नां लवां माता गुजर कौर जी दे इतिहास नूं पढ़िए माता जीतो जी दे इतिहास नूं पढ़िए ते सिख इतिहास दे सुनहरी पन्नियां ते ये ना बड़ा मान पा रहे ने हुणे हुणे आप जी ने मुक्तसर दे जंग दी दास्तान नूं भाई परमजीत सिंह तो सुनिया है उन्हां बीबी भाग कौर जी दा नाम लिया है एहो जिहा सिख इतिहास दे विच योगदान पा दिता दुनिया अच अच कर उठी उस बहादुर बीबी ने सिख इतिहास दे विच बड़ा वड्डा योगदान पाया घर गया नूं जदों लाणतां पईयां ते आखिया मेरे वीरो तुसीं बड़े औखे समय गुरु नूं छड्ड के आए हो ये समा आनंदपुर साहब तो आउण दा नहीं सी तुसीं छड्ड आए पर गुरु बख्शणहार है गुरु हमेशा बख्शदा है आओ चल गए जेकर परमात्मा नूं मंजूर होया ते मेरे गुरु दे नाल मेल हो जाएगा बख्शे जाओगे मैं अपनी गल नूं बहुत छोटा कर देवां एक कविता साथियां ने होर आप जी दे सन्मुख करनी है
बहुत काबिले तारीफ कविता है। सतगुरु साहिब श्री गुरु कलगीधर पातशाह जी इधर आनंदपुर साहिब नूं छड्ड के सरसा ते परिवार दा विछोड़ा पै गया, चमकौर दा जंग लड़िया, सरहंद दे विच लाल शहीद हो गए ने, माता गुजर कौर जी शहीद हो गए ने। माछीवाड़े दे कौतक करके मेरे हजूर पातशाह जी मालवे दा दौरा कर रहे ने। मालवे ते जदों मेरे पातशाह जी जा रहे ने ते कपूरे दे कोल कहंदे ने पता लगा है भौर पिंड दे गुरबख्श सिंह दे कोलों वजीद खां भारी फौज लेके आ रहा है। कपूरा गुरु घर दा श्रद्धालु है पर हुकूमत तो डर गया। मेरे हजूर पातशाह जी नूं किला देण तो इनकारी हो गया। हुण मेरे गुरदेव पातशाह उस पावन स्थान दे वल आए ने जिस नूं असीं खिदराणे दी ढाब कहंदे हां। उच्ची टिब्बी ते जाके डेरे लाए। इधरों माता बीबी भाग कौर जी दी अगवाई दे विच सिंह तुरे ने ते ओ भी चलाक ते शैतान लोग तुरे ने ਜਿਹੜੇ ਗੁਰੂ ਨਾਨਕ ਦੀ ਦਰਦੀ ਸਿੱਖੀ ਦੇ ਨਾਲ ਖਾਰ ਖਾਂਦੇ ਨੇ। ਰਾਮੇ ਆਣੇ ਪਿੰਡ ਦੇ ਕੋਲ ਮੇਲ ਹੋਇਆ। ਮੇਰੇ ਕਲਗੀਧਰ ਪਾਤਸ਼ਾਹ ਜੀ ਨੂੰ ਆ ਮਿਲੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸਿੱਖਿਆ ਦੇਣੀ ਚਾਹੀ। ਹਜ਼ੂਰ ਕਹਿੰਦੇ ਨੇ ਜੇਕਰ ਆਇਓ ਮੈਨੂੰ ਸਿੱਖਿਆ ਦੇਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਰਸ਼ਦ ਹੁੰਦਿਆਂ ਮੈਨੂੰ ਕਿਸੇ ਦੇ ਸੁਝਾਅ ਦੀ ਲੋੜ ਨਹੀਂ। ਜੇਕਰ ਆਇਓ ਸਿੱਖ ਬਣਨ ਵਾਸਤੇ ਤੇ ਇੱਥੇ ਕੱਚੇ ਪਿੱਲੇ ਸਿੱਖਾਂ ਦੀ ਵੀ ਲੋੜ ਨਹੀਂ, ਭੱਜ ਜਾਓ, ਤੁਹਾਡੀ ਲੋੜ ਨਹੀਂ। ਭਾਈ ਮਹਾ ਸਿੰਘ ਜੀ, ਬੀਬੀ ਭਾਗ ਕੌਰ ਜੀ ਤੇ ਉਹ ਚੁਸਤ ਲੋਕ ਜਿਹੜੇ ਇਹ ਸੋਚ ਕੇ ਆਏ ਨੇ ਜੇਕਰ ਗੁਰੂ ਨੇ ਬਖਸ਼ ਦਿੱਤਾ ਅਸੀਂ ਵੀ ਬਖਸ਼ੇ ਜਾਵਾਂਗੇ, ਜੇ ਗੁਰੂ ਨੇ ਮੋੜ ਦਿੱਤਾ ਤੇ ਸਾਡੇ ਨਾਲ ਇਸੇ ਤਰ੍ਹਾਂ ਮੁੜ ਆਉਣਗੇ। ਪਰ ਸਰਦਾਰ ਮਹਾ ਸਿੰਘ ਜੀ ਨੇ ਇੱਕ ਫੈਸਲਾ ਲਿਆ, ਖਾਲਸਾ ਜੀ ਇਹ ਸਮਾਂ ਹੈ ਸਿੱਖੀ ਇਤਿਹਾਸ ਤੋਂ ਦਾਗ ਲਾਉਣ ਦਾ ਤੇ ਇਹ ਦਾਗ ਖੂਨ ਦੇ ਨਾਲ ਲਾਇਆ ਜਾ ਸਕਦਾ ਹੈ। ਆਓ ਵੈਰੀ ਦੀ ਅੜੀ ਕਰਗੇ, ਵੈਰੀ ਦਾ ਟੱਕਰਾ ਕਰਗੇ। ਖਾਲਸੇ ਨੇ ਮੇਰੇ ਗੁਰੂਦੇਵ ਪਾਤਸ਼ਾਹ ਜੀ ਅੱਗੇ ਚਲੇ ਗਏ ਨੇ, ਪਿੱਛੇ ਡੇਰੇ ਲਾ ਲਏ ਨੇ, ਆਪਣੇ ਲੀੜੇ ਝਾੜੀਆਂ ਤੇ ਟੰਗ ਦਿੱਤੇ ਨੇ, ਅਗਾਉਂ ਮੋਰਚੇ ਮਲ ਕੇ ਬੈਠ ਗਏ ਨੇ। ਵੈਰੀ ਆਇਆ, ਖਾਲਸੇ ਨੇ ਮਾਰ ਥੱਲੇ ਲਿਆ, ਮਾਰੋ ਮਾਰ ਹੋਈ, ਲੋਹੇ ਤੇ ਲੋਹਾ ਖੜਕਿਆ, ਸਾਰ ਤੇ ਸਾਰ ਖੜਕੀ, ਕਮਸਾਨ ਦਾ ਜੁੱਧ ਹੋਇਆ। ਜਿੱਥੇ ਵੈਰੀ ਦਾ ਨੁਕਸਾਨ ਹੋਇਆ ਉੱਥੇ ਖਾਲਸਾ ਫੌਜਾਂ ਵੱਲ ਵੀ ਬੜਾ ਨੁਕਸਾਨ ਹੋਇਆ। ਗੱਲ ਨੂੰ ਨੇੜੇ ਕਰ ਦਵਾਂ, ਮੈਦਾਨ ਦੇ ਵਿੱਚ ਦੋ ਬੱਚੇ ਨੇ। ਕੌਣ? ਇੱਕ ਬੀਬੀ ਭਾਗ ਕੌਰ ਜੀ ਜਿਨ੍ਹਾਂ ਦੇ ਫੱਟ ਲੱਗੇ ਨੇ ਪਰ ਫੱਟ ਬਹੁਤੇ ਮਾਰੂ ਨਹੀਂ। इधर सरदार महा सिंह जी फटड़ होए ने ते फट बड़े गहरे ने। तन गुरु कलगीधर पातशाह जी दी अडीक हो रही है। प्राण पंखेरू होण ते आए ने, सतगुरु कलगीधर पातशाह जी नूं याद कर रहे ने। सरदार महा सिंह जी खून दे नाल लथ-पथ ने ते मेरे गुरदेव पातशाह जी दे आउण दी अडीक किवें कर रहे ने। उस दृश्य नूं साथी इउं जी जंग बिच पिया तड़फे, जी जंग बिच पिया तड़फे, एक मंजिल अनोखी वाला राही, ओ दिल च उड़ीका करदा, पहला मौत आंदी के मेरा माही, ओ दिल च उड़ीका करदा।
जंग च पिया तड़फे जी जंग बिच पिया तड़फे एक मंजिल अनोखी वाला राही ओ दिल च उड़ीका करदा पहला मौत आंदी के मेरा माही ओ दिल च उड़ीका करदा और बीच डोंदा पल्लड़े पे सूरमा वास्ते पावे और डूबदा जहाज जामदा मेरे दिल दा मला बेड़े लावे और रखियां उम्मीदां दा दिया और रखियां उम्मीदां दा दिया एवें काश तू जावे रोशनाई जी जंग बिच पिया तड़फे एक मंजिल अनोखी वाला राही ओ दिल च उड़ीका करदा पहला मौत आंदी के मेरा माही ओ दिल च उड़ीका करदा किसे उत्ते गिला कोई ना ये तो करनी पेंदी है परनी ओ करनी तू पार है लिया हुण आन के गंगा ले चरनी ओ टुटियां परितां जोड़ ले ओ टुटियां परितां जोड़ ले तेरे चरनां दी ओट तकाई जी जंग बिच पिया तड़फे एक मंजिल अनोखी वाला राही ओ दिल च उड़ीका करदा पहला मौत आंदी है मेरा माही ओ दिल च उड़ीका करदा लगियां दे दर दे बुरे नू लगियां मालड़ा जाने ओ टुट गई तो पिया तड़पे वेखो बार ते अनोखे पाने ओ टुटियां नू जोड़न लई ओ टुटियां नू जोड़न लई कोड़ आमदा है बाहो दाई जी जंग बिच पिया तड़फे एक मंजिल अनोखी वाला राही ओ दिल च उड़ीका करदा पहला मौत आंदी है मेरा माही ओ दिल च उड़ीका करदा मेरा मौत आंदी है मेरा माही ओ दिल च उड़ीका करदा हो दिल च उड़ीका
ਵਿੱਚ ਪਿਆ ਤੜਫੇ ਇੱਕ ਮੰਜ਼ਿਲ ਅਨੋਖੀ ਵਾਲਾ ਰਾਹੀ, ਦਿਲ 'ਚ ਅਡੀਕਾਂ ਕਰਦਾ ਪਹਿਲਾਂ ਮੌਤ ਆਉਂਦੀ ਕਿ ਮੇਰਾ ਮਾਹੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਡੀਕ ਕੀਤੀ ਪਿਆਰੇ ਸਿੱਖ ਨੇ। ਮਹਾਰਾਜ ਭੁੱਲ ਹੋ ਗਈ, ਗਲਤੀ ਹੋ ਗਈ, ਪਛਤਾਵੇ ਦੇ ਹੰਝੂ ਜਦੋਂ ਆਪਣੀ ਭੁੱਲ ਦੇ ਕੇਰੇ ਜਾਣ ਤੇ ਗੁਰੂ ਸਮਰੱਥ ਹੈ, ਗੁਰੂ ਪਰਮ ਦਇਆਲੂ ਹੈ, ਗੁਰੂ ਕਿਰਪਾਲੂ ਹੈ, ਗੁਰੂ ਸਾਨੂੰ ਬਖਸ਼ਦਾ ਹੈ। ਸੱਚੇ ਪਾਤਸ਼ਾਹ ਜ਼ਿੰਦਗੀ ਕੁਝ ਪਲਾਂ ਦੀ ਪਰੌਣੀ ਹੈ, ਤੇਰੀ ਅਡੀਕ ਦੇ ਵਿੱਚ ਸਮਾਂ ਗੁਜ਼ਾਰ ਰਿਹਾ ਹਾਂ, ਕਿਤੇ ਮੌਤ ਨਾ ਆ ਜਾਵੇ। ਉਧਰ ਮੇਰੇ ਕਲਗੀਧਰ ਪਾਤਸ਼ਾਹ ਜੀ ਵਾਹੋ ਦਾਹੀ ਮੈਦਾਨੇ ਜੰਗ ਦੇ ਵੱਲ ਆ ਰਹੇ ਨੇ। ਜਦੋਂ ਆਏ ਨੇ ਸਰਦਾਰ ਮਹਾਂ ਸਿੰਘ ਜੀ ਦੇ ਕੋਲ, ਸਿਰ ਗੋਦੀ ਦੇ ਵਿੱਚ ਰੱਖਿਆ ਤੇ ਹਜੂਰ ਪਾਤਸ਼ਾਹ ਕਹਿੰਦੇ ਨੇ, ਮਹਾਂ ਸਿੰਘਾ ਕੀ ਚਾਹੁੰਦਾ ਹੈ? ਦੱਸ, ਜ਼ਿੰਦਗੀ ਬਖਸ਼ ਦੇਵਾਂ, ਰਾਜ ਭਾਗ ਦੇ ਦਈਏ? ਹੱਥ ਜੋੜੇ, ਫਟ ਗਹਿਰੇ ਨੇ, ਸ਼ਬਦ ਕੰਬ ਰਹੇ ਨੇ, ਅੰਦਰ ਦੀ ਭਾਵਨਾ ਬੜੀ ਗਹਿਰੀ ਹੈ। ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਆਖਿਆ, ਸੱਚੇ ਪਾਤਸ਼ਾਹ ਕੁਝ ਨਹੀਂ ਚਾਹੀਦਾ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਦੇਖੋ ਦੇਖੀ ਜਿਹੜੇ ਬੇਦਾਵੇ ਦੇ ਸ਼ਬਦ ਲਿਖ ਦਿੱਤੇ, ਸ਼ਹਿਨਸ਼ਾਹ ਜੀ ਉਹ ਬੇਦਾਵਾ ਪਾੜ ਦੇ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਮਹਾਂ ਸਿੰਘਾ ਅਨੰਦਪੁਰ ਨੂੰ ਛੱਡ ਦਿੱਤਾ, ਪਰਿਵਾਰ ਵਿਛੜ ਗਿਆ, ਚਮਕੌਰ ਦੀ ਧਰਤੀ ਤੇ ਲਾਲ ਸ਼ਹੀਦ ਹੋ ਗਏ, ਮਾਛੀਵਾੜੇ ਦੇ ਵਿੱਚ ਸਮਾਂ ਗੁਜ਼ਾਰਨਾ ਪਿਆ। ਮੈਂ ਸਭ ਕੁਝ ਕੌਮ ਦੇ ਲੇਖੇ ਲਾ ਦਿੱਤਾ, ਪਰ ਮੈਨੂੰ ਪਤਾ ਸੀ ਇਹ ਕਾਗਜ਼ ਲੈਣ ਵਾਸਤੇ, ਇਹ ਅਮਾਨਤ ਲੈਣ ਵਾਸਤੇ ਤੁਸੀਂ ਆਵੋਗੇ। ਸਰਦਾਰ ਮਹਾਂ ਸਿੰਘ ਜੀ, ਅੱਜ ਤੁਸੀਂ ਟੁੱਟੀ ਗੰਢ ਦਿੱਤੀ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਇਤਿਹਾਸ ਨੂੰ ਦਾਗ ਲੱਗਾ ਸੀ, ਉਸ ਦਾਗ ਨੂੰ ਸਾਫ਼ ਕਰ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਵੇਦਾਵਾ ਪੜਵਾ ਲਿਆ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। 1 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਜਾਵਾਂ। ਆਓ ਗੁਰੂ ਸਵਾਰਿਓ, ਕਦੇ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠਦੇ, ਨਿਤਨੇਮ ਦੇ ਵਿੱਚ ਕੁਤਾਹੀ ਹੁੰਦੀ ਹੈ। ਦਿਨ ਵੇਲੇ ਬੜੀ ਈਰਖਾ, ਬੜਾ ਵੈਰ ਵਿਰੋਧ ਕਰਦੇ ਹਾਂ, ਤੇ ਗੁਰੂ ਸਵਾਰਿਓ ਕਦੀ ਸ਼ਾਮ ਨੂੰ ਸੋਹਲਾ ਸਾਹਿਬ ਕਰਨ ਤੋਂ ਪਹਿਲਾਂ ਆਪਣੇ ਗੁਰੂ ਦੇ ਅੱਗੇ ਭਾਵਨਾ ਦੇ ਨਾਲ ਅਰਦਾਸ ਕੀਤੀ, ਸੱਚੇ ਪਾਤਸ਼ਾਹ ਅੱਜ ਬਾਣੀ ਅਸੀਂ ਲੇਟ ਪੜੀ ਜਾਂ ਪੜ੍ਹ ਨਹੀਂ ਹੋਈ। ਸ਼ਹਿਨਸ਼ਾਹ ਜੀ ਦਿਨ ਵੇਲੇ ਨਿੰਦਿਆ ਕੀਤੀ ਵੀ ਤੇ ਨਿੰਦਿਆ ਸੁਣ ਵੀ, ਯਾਦ ਰੱਖਣਾ ਜਿੱਥੇ ਨਿੰਦਿਆ ਕਰਨੀ ਮਾੜੀ ਹੈ ਉੱਥੇ ਸੁਣਨੀ ਵੀ ਬਹੁਤ ਮਾੜੀ ਹੈ। ਸ਼ਹਿਨਸ਼ਾਹ ਜੀ ਸਾਨੂੰ ਬਖਸ਼ ਲੈਣਾ, ਪਰ ਇੱਧਰ ਸਾਡਾ ਧਿਆਨ ਨਹੀਂ ਗਿਆ। ਆਓ ਗੁਰੂ ਸਵਾਰਿਓ, ਉਹਨਾਂ ਮਹਾਨ ਸੂਰਮਿਆਂ ਨੇ ਵੇਦਾਵਾ ਪੜਵਾ ਲਿਆ, ਅਸੀਂ ਵੀ ਆਪਣੇ ਗੁਰੂ ਦੇ ਨਾਲੋਂ ਤੋੜੀਏ ਨਾ, ਗੁਰੂ ਦੇ ਨਾਲ ਜੋੜ ਕੇ ਰੱਖੀਏ। ਇੱਥੇ ਹੀ ਢਾਡੀ ਜਥਾ ਸਮਾਪਤੀ ਕਰਦਾ ਹੈ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ। ਮੇਰੀਆਂ ਸਤਿਕਾਰਯੋਗ ਭੈਣਾਂ ਨੇ, ਵੀਰਾਂ ਨੇ ਇਤਿਹਾਸ ਨੂੰ ਬਹੁਤ ਪਿਆਰ ਦੇ ਨਾਲ, ਬੜੇ ਗੌਰ ਦੇ ਨਾਲ ਸਰਵਣ ਕੀਤਾ ਹੈ। ਬਹੁਤ ਬਹੁਤ ਧੰਨਵਾਦ ਹੈ।